ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਇੱਛਾ ਸ਼ਕਤੀ ਦੀ ਤਾਕਤ, ਇਸ ਦੀ ਇੱਕ ਤਿਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਮਨੁੱਖੀ ਸਰੀਰ ਦੇ ਅੰਦਰ ਵਾਹਿਗੁਰੂ ਜੀ ਨੇ ਜਿੱਥੇ ਬੇਅੰਤ ਸ਼ਕਤੀਆਂ ਭਰੀਆਂ, ਉੱਥੇ ਸਭ ਤੋਂ ਜੋ ਸ੍ਰੇਸ਼ਟ ਸ਼ਕਤੀ ਹੈ ਉਹ ਹੈ ਉਹਦੀ ਇੱਛਾ ਸ਼ਕਤੀ। ਸੋ ਜਿਹੜੀ ਇੱਛਾ ਸ਼ਕਤੀ ਹੈਗੀ ਆ, ਇਹ ਮਨੁੱਖ ਦੇ ਸ਼ੁੱਧ ਹਿਰਦੇ ਦੇ ਵਿੱਚੋਂ ਪੈਦਾ ਹੁੰਦੀ ਆ। ਇਸ ਕਰਕੇ ਜਿੰਨਾ ਜ਼ਿਆਦਾ ਕਿਸੇ ਦਾ ਹਿਰਦਾ ਸ਼ੁੱਧ ਹੋਏਗਾ, ਉਹਦੀ ਇੱਛਾ ਸ਼ਕਤੀ ਓਨੀ ਜ਼ਿਆਦਾ ਪ੍ਰਬਲ ਹੋਊਗੀ, ਅਤੇ ਜਿੰਨਾ ਹਿਰਦਾ ਘੱਟ ਸ਼ੁੱਧ ਹੋਊਗਾ ਉਹਦੀ ਇੱਛਾ ਸ਼ਕਤੀ ਓਨੀ ਹੀ ਘੱਟ ਹੋਊਗੀ। ਦੇਖੋ, ਇਸ ਮਨੁੱਖ ਦੇ ਵਿੱਚ ਦੋ ਐਸੇ ਵਿਅਕਤੀ ਆ ਜਿਨ੍ਹਾਂ ਦੇ ਹਿਰਦੇ ਸ਼ੁੱਧ ਮੰਨੇ ਜਾਂਦੇ ਆ। ਇੱਕ ਤਾਂ ਹੈਗੇ ਆ ਸਾਧ, ਉਹ ਸਾਧ ਜਿਨ੍ਹਾਂ ਨੇ ਆਪਣੇ ਸਰੀਰ ਨੂੰ ਸਾਧ ਕੇ ਇਸ ਸਰੀਰ ਦੇ ਜਿੰਨੇ ਵੀ ਵਿਸ਼ੇ ਵਿਕਾਰ ਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹਨਾਂ 'ਤੇ ਫਤਿਹ ਪ੍ਰਾਪਤ ਕੀਤੀ ਆ, ਅਤੇ ਇਸ ਕਰਕੇ ਉਹਨਾਂ ਦਾ ਸ਼ੁੱਧ ਮਨ ਜਿਹੜਾ ਹੈਗਾ, ਉਸ ਦੀ ਜਿਹੜੀ ਚੇਤਨ ਸੱਤਾ ਹੈਗੀ ਆ, ਉਹਦੇ ਵਿੱਚ ਇੱਛਾ ਸ਼ਕਤੀ ਬਹੁਤ ਪ੍ਰਬਲ ਹੁੰਦੀ ਆ। ਦੂਸਰਾ ਹੁੰਦਾ ਹੈ ਬੱਚੇ ਦਾ ਮਨ। ਹੁਣ ਜਿਹੜਾ ਬੱਚੇ ਦਾ ਮਨ ਆ, ਉਹ ਕੁਦਰਤੀ ਸ਼ੁੱਧ ਹੁੰਦਾ ਹੈ, ਕਿਉਂਕਿ ਬੱਚਾ ਹਜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਸ ਤਰ੍ਹਾਂ ਦੀਆਂ ਜਿਹੜੀਆਂ ਵਿਸ਼ਈਆਂ ਤਾਕਤਾਂ ਹੈਗੀਆਂ, ਉਹਨਾਂ ਤੋਂ ਕੋਹਾਂ ਦੂਰ ਹੁੰਦਾ ਹੈ। ਪਰ ਬੱਚੇ ਦੇ ਸਰੀਰ ਦੇ ਅੰਦਰ ਇੱਛਾ ਸ਼ਕਤੀ ਬੜੀ ਪ੍ਰਬਲ ਹੁੰਦੀ ਆ, ਪਰ ਕਿਉਂ ਬੱਚੇ ਅਚੇਤ ਹੁੰਦੇ ਆ, ਇਸ ਕਰਕੇ ਅਚੇਤ ਦੇ ਵਿੱਚ ਇਹ ਇੱਛਾ ਸ਼ਕਤੀ ਜਿਹੜੀ ਹੈਗੀ ਉਹ ਇੰਨਾ ਕੰਮ ਨਹੀਂ ਕਰਦੀ। ਹਾਂ, ਜਦੋਂ ਬੱਚੇ ਦੇ ਸੁਚੇਤ ਅਵਸਥਾ ਵਿੱਚ ਹੋ ਜਾਣ ਅਤੇ ਫਿਰ ਇਹ ਜਿਹੜੀ ਇੱਛਾ ਸ਼ਕਤੀ ਆ ਉਨੀ ਜ਼ਿਆਦਾ ਪ੍ਰਬਲ ਕੰਮ ਕਰ ਜਾਂਦੀ ਆ। ਇਸੇ ਕਰਕੇ ਸਾਧ ਅਤੇ ਬੱਚੇ ਨੂੰ ਦੋਨਾਂ ਨੂੰ ਰੱਬ ਦਾ ਰੂਪ ਮੰਨਿਆ ਗਿਆ। ਪਰ ਫਰਕ ਇੰਨਾ ਹੀ ਆ ਕਿ ਜਿਹੜੇ ਸੰਤ ਹੁੰਦੇ ਉਹ ਸੁਚੇਤ ਹੁੰਦੇ ਆ, ਅਤੇ ਬੱਚੇ ਸ਼ੁੱਧ ਹਿਰਦਾ ਰੱਖਦੇ ਹੋਏ ਵੀ ਅਚੇਤ ਰਹਿੰਦੇ ਆ। ਇਸ ਇੱਛਾ ਸ਼ਕਤੀ ਨੂੰ ਨਾ ਵਰਤਣ ਦੇ ਕਈ ਤਰ੍ਹਾਂ ਦੇ ਜਿਹੜੇ ਹੈਗੇ ਆ, ਉਹ ਮਾਪਦੰਡ ਮਨੁੱਖਾਂ ਦੇ ਵੱਲੋਂ ਅਪਣਾਏ ਜਾਂਦੇ ਆ। ਦੇਖੋ, ਕਿਸੇ ਦੀ ਸਹਾਇਤਾ ਕਰਨ ਵਾਸਤੇ ਇੱਛਾ ਸ਼ਕਤੀ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜਾਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਗੁੱਸੇ ਦੇ ਵਿੱਚ ਇੱਛਾ ਸ਼ਕਤੀ ਦਾ ਪ੍ਰਯੋਗ ਕੀਤਾ ਜਾਂਦਾ, ਜਾਂ ਕਿਸੇ ਲਾਲਚ ਧਾਰ ਕੇ ਇੱਛਾ ਸ਼ਕਤੀ ਦਾ ਪ੍ਰਯੋਗ ਕੀਤਾ ਜਾਂਦਾ, ਜਾਂ ਵੈਸੇ ਹੀ ਕੋਈ ਮਨੌਤ ਧਾਰ ਕੇ ਵੀ ਇੱਛਾ ਸ਼ਕਤੀ ਦਾ ਪ੍ਰਯੋਗ ਕੀਤਾ ਜਾਂਦਾ ਹੈਗਾ, ਜਾਂ ਕਿਸੇ ਅਣਖ ਅਤੇ ਪਵਿੱਤਰਤਾ ਦੇ ਵਾਸਤੇ ਵੀ ਇੱਛਾ ਸ਼ਕਤੀ ਦਾ ਜਿਹੜਾ ਹੈ ਉਹ ਪ੍ਰਯੋਗ ਕੀਤਾ ਜਾਂਦਾ ਹੈਗਾ। ਇਸੇ ਤਰ੍ਹਾਂ ਹੀ ਵਰ ਸਰਾਫ ਵਾਸਤੇ ਵੀ ਇੱਛਾ ਸ਼ਕਤੀ ਦਾ ਜਿਹੜਾ ਹੈਗਾ ਉਹ ਵਰਤੋਂ ਕੀਤੀ ਜਾਂਦੀ ਹੈ, ਅਤੇ ਇਸੇ ਤਰ੍ਹਾਂ ਜਿਹੜੀ ਉਹ ਪਤੀਵਰਤਾ ਔਰਤ ਹੈਗੀ ਆ, ਉਸ ਦੀ ਵੀ ਇੱਛਾ ਸ਼ਕਤੀ ਜਿਹੜੀ ਹੈ ਨਾ, ਉਹ ਵਰ ਸਰਾਪ ਦੇ ਵਿੱਚ ਬੜੀ ਪ੍ਰਬਲ ਮੰਨੀ ਜਾਂਦੀ ਆ। ਇਸ ਤਰ੍ਹਾਂ ਇੱਛਾ ਸ਼ਕਤੀ ਦੀ ਵਰਤੋਂ ਜਿਹੜੀ ਹੈ ਨਾ ਕਈਆਂ ਤਰੀਕਿਆਂ ਦੇ ਨਾਲ ਕੀਤੀ ਜਾਂਦੀ ਹੈ। ਪਰ ਦੇਖੋ, ਇੱਛਾ ਸ਼ਕਤੀ ਜਿਹੜੀ ਵਰਤੋਂ ਅਗਰ ਕਿਸੇ ਸਹਾਇਤਾ ਦੇ ਨਾਲ ਕੀਤੀ ਜਾਵੇ ਤਾਂ ਫਿਰ ਇਹ ਇੱਛਾ ਸ਼ਕਤੀ ਦੀ ਵਰਤੋਂ ਜਿਹੜੀ ਹੈ ਇਹ ਬਹੁਤ ਲਾਭਦਾਇਕ ਮੰਨੀ ਜਾਂਦੀ ਹੈ। ਇਹਦੇ ਵਿੱਚ ਪਰਮੇਸ਼ਰ ਦੀ ਪ੍ਰਸੰਨਤਾ ਹੁੰਦੀ ਆ। ਲੇਕਿਨ ਅਗਰ ਇਸ ਇੱਛਾ ਸ਼ਕਤੀ ਦੀ ਵਰਤੋਂ ਜਿਹੜੀ ਹੈ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਕੀਤੀ ਜਾਵੇ ਤਾਂ ਉਹਦੇ ਵਿੱਚ ਪਰਮੇਸ਼ਰ ਜਿਹੜਾ ਪੂਰੀ ਤਰ੍ਹਾਂ ਨਾਰਾਜ਼ ਹੋ ਜਾਂਦਾ। ਅਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਹੈਗੀਆਂ ਜਿਨ੍ਹਾਂ ਦੇ ਵਿੱਚ ਸਮੇਂ ਦੇ ਵਿੱਚ ਜਿੰਨੇ ਵੀ ਯੋਗੀ ਹੋਏ ਆ, ਸੰਤ ਮਹਾਤਮਾ ਜਾਂ ਵੈਸੇ ਪੀਰ ਫਕੀਰ ਹੋਏ, ਉਹਨਾਂ ਨੇ ਸਮੇਂ 'ਤੇ ਆਪਣੀ ਇੱਛਾ ਸ਼ਕਤੀ ਦਾ ਪ੍ਰਯੋਗ ਕੀਤਾ ਹੈਗਾ। ਲੇਕਿਨ ਇਹ ਇੱਛਾ ਸ਼ਕਤੀ ਦਾ ਪ੍ਰਯੋਗ ਜਿਹੜਾ ਹੈਗਾ ਉਹ ਲਾਭਦਾਇਕ ਅਤੇ ਨੁਕਸਾਨਦਾਇਕ ਵੀ ਹੋ ਸਕਦਾ ਹੈਗਾ। ਜਿਵੇਂ ਪਰਮਹੰਸ ਜੋਗਾਨੰਦ ਦੇ ਜਿਹੜੇ ਪਿਤਾ ਜੀ ਸੀ, ਜਿਨ੍ਹਾਂ ਦਾ ਨਾਂ ਸੀ ਸ਼੍ਰੀ ਭਗਵਤੀ ਚਰਨ ਘੋਸ਼। ਇਹ ਜਿਹੜੇ ਸ਼੍ਰੀ ਭਗਵਤੀ ਚਰਨ ਘੋਸ਼ ਸੀਗੇ, ਇਹ ਬੰਗਾਲ ਦੇ ਨਾਗਪੁਰ ਰੇਲਵੇ ਕੰਪਨੀ ਦੇ ਇੱਕ ਉਪ ਪ੍ਰਧਾਨ ਦੇ ਅਹੁਦੇ ਦੇ ਬਰਾਬਰ ਉਹਨਾਂ ਸਮਿਆਂ ਦੇ ਵਿੱਚ ਕੰਮ ਕਰਦੇ ਹੁੰਦੇ ਸੀ। ਅਤੇ ਇਹਨਾਂ ਦਾ ਇੱਕ ਮਿੱਤਰ ਸੀ ਜਿਹਦਾ ਨਾਂ ਸੀ ਅਵਿਨਾਸ਼ ਬਾਬੂ। ਇਹ ਜਿਹੜਾ ਅਵਿਨਾਸ਼ ਬਾਬੂ ਸੀ, ਇਹ ਵੀ ਬੰਗਾਲ ਨਾਗਪੁਰ ਕੰਪਨੀ ਦੇ ਵਿੱਚ ਹੈ ਨਾ ਇੱਕ ਮਾਮੂਲੀ ਜਿਹੜਾ ਕਰਮਚਾਰੀ ਸੀਗਾ। ਲੇਕਿਨ ਅਵਿਨਾਸ਼ ਬਾਬੂ ਜਿਹੜਾ ਸੀਗਾ, ਇਹਨਾਂ ਨੇ ਸ਼੍ਰੀ ਲਹੇਰੀ ਮਾਤਸ਼ਾਹ ਦੇ ਕੋਲੋਂ ਉਹਨਾਂ ਟਾਈਮਾਂ ਦੇ ਵਿੱਚ ਇੱਕ ਕਿਰਿਆ ਯੋਗ ਦੀ ਦੀਕਸ਼ਾ ਲਈ ਸੀ। ਇਸ ਕਰਕੇ ਅਕਸਰ ਜਿਹੜੇ ਸੀਗੇ ਜਦ ਵੀ ਸਮਾਂ ਮਿਲਦਾ ਇਹ ਉਹਨਾਂ ਦੇ ਦਰਸ਼ਨਾਂ ਨੂੰ ਜਾਂਦੇ ਸੀ। ਇੱਕ ਵਾਰੀ ਜਦ ਇਹਨਾਂ ਨੇ ਸ਼੍ਰੀ ਭਗਵਤੀ ਚਰਨ ਘੋਸ਼ ਦੇ ਕੋਲੋਂ ਛੁੱਟੀ ਮੰਗੀ ਸੀ, ਅਤੇ ਉਸ ਛੁੱਟੀ ਦੇ ਵਿੱਚ ਸ਼੍ਰੀ ਭਗਵਤੀ ਚਰਨ ਘੋਸ਼ ਨੇ ਇਹਨਾਂ ਨੂੰ ਨਾਂਹ ਕਰ ਦਿੱਤੀ ਸੀ। ਅਤੇ ਨਾਂਹ ਕਰਕੇ ਇਹ ਜਿਹੜੇ ਸੀਗੇ ਬੜੇ ਪਰੇਸ਼ਾਨ ਹੋਏ ਸੀ, ਬੜੇ ਉਦਾਸ ਹੋਏ ਸੀ ਸ਼੍ਰੀ ਅਵਿਨਾਸ਼ ਬਾਬੂ ਜੀ ਉਹਨਾਂ ਟਾਈਮਾਂ ਦੇ ਵਿੱਚ। ਇੱਕ ਵਾਰੀ ਅਵਿਨਾਸ਼ ਬਾਬੂ ਜੀ ਦੱਸਦੇ ਆ ਕਿ ਇੱਕ ਵਾਰ ਕੀ ਹੋਇਆ ਕਿ ਸ਼੍ਰੀ ਭਗਵਤੀ ਚਰਨ ਘੋਸ਼ ਜਿਹੜੇ ਪਾਲਕੀ 'ਚ ਸਵਾਰ ਹੋ ਕੇ ਆਉਂਦੇ ਸੀ, ਮੈਨੂੰ ਅਚਨਚੇਤ ਰਸਤੇ 'ਚ ਮਿਲ ਗਏ। ਕਹਿੰਦੇ ਜਦੋਂ ਰਸਤੇ 'ਚ ਮਿਲੇ ਆ ਅਤੇ ਮੇਰੇ ਵੱਲ ਦੇਖ ਕੇ ਇਹਨਾਂ ਨੇ ਪਾਲਕੀ ਛੱਡ ਦਿੱਤੀ, ਨੌਕਰ ਭੇਜ ਦਿੱਤੇ ਅਤੇ ਮੇਰੇ ਨਾਲ ਪੈਦਲ ਤੁਰ ਪਏ।
ਪੈਦਲ ਤੁਰ ਪਏ। ਕਹਿੰਦੇ ਫਿਰ ਮੈਂ ਇਹਨਾਂ ਦੇ ਨਾਲ ਜਿਹੜੀ ਸੀ ਇਹ ਬੇਨਤੀ ਕੀਤੀ ਕਿ ਮੈਨੂੰ ਹੈ ਨਾ ਛੁੱਟੀ ਚਾਹੀਦੀ, ਪਰ ਅੰਦਰਲੀ ਗੱਲ ਮੈਂ ਇਹ ਨਹੀਂ ਦੱਸੀ, ਲੁਕੋ ਕੇ ਰੱਖਿਆ ਸੀਗਾ ਕਿ ਮੈਂ ਜਿਹੜੇ ਵਾਰਾਣਸੀ ਜਾ ਕੇ ਸ਼੍ਰੀ ਲਹਿਰੀ ਮਾਸ਼ਾ ਦੇ ਦਰਸ਼ਨ ਕਰਨੇ ਹੈਗੇ ਆ। ਕਹਿੰਦੇ ਜਦੋਂ ਮੈਂ ਇਹ ਗੱਲ ਕੀਤੀ ਆ, ਤੇ ਕਹਿੰਦੇ ਫਿਰ ਸ਼੍ਰੀ ਭਗਵਤੀ ਚਰਨ ਘੋਸ਼ ਜਿਹੜੇ ਉਪ ਪ੍ਰਧਾਨ ਦੇ ਉਹਦੇ ਬਰਾਬਰ ਉਹਨਾਂ ਟਾਈਮਾਂ ਦੇ ਵਿੱਚ ਕੰਮ ਕਰਦੇ ਹੁੰਦੇ ਸੀਗੇ। ਕਹਿੰਦੇ ਮੈਨੂੰ ਉਹ ਕਹਿਣ ਲੱਗੇ, ਕਹਿੰਦੇ ਦੇਖ, ਅਗਰ ਤੂੰ ਸੰਸਾਰ ਦੇ ਵਿੱਚ ਤਰੱਕੀ ਕਰਨੀ ਆ ਤਾਂ ਤੂੰ ਦਫ਼ਤਰ ਦੇ ਕੰਮ ਦੇ ਵੱਲ ਜ਼ਿਆਦਾ ਧਿਆਨ ਦੇ। ਕਹਿੰਦੇ ਇਹ ਉਹਨਾਂ ਨੇ ਮੈਨੂੰ ਦੱਸਿਆ ਸੀਗਾ। ਤੇ ਫਿਰ ਕਹਿੰਦੇ ਜਦੋਂ ਮੈਂ ਬੇਨਤੀ ਕੀਤੀ ਕਿ ਮੈਂ ਜਿਹੜਾ ਹੈਗਾ ਕਿਸੇ ਮਹਾਤਮਾ ਦੇ ਦਰਸ਼ਨ ਕਰਨ ਜਾਣਾ ਚਾਹੁੰਦਾ, ਤੇ ਸ਼੍ਰੀ ਭਗਵਤੀ ਚਰਨ ਘੋਸ਼ ਨੇ ਕਹਿੰਦੇ ਮੈਨੂੰ ਕਿਹਾ ਸੀਗਾ, ਕਹਿੰਦੇ ਵੀ ਤੂੰ ਹੈ ਨਾ ਧਾਰਮਿਕ ਕੱਟੜਵਾਦੀ ਤਾਂ ਨਹੀਂ ਬਣ ਰਿਹਾ ਹੈਗਾ। ਇਹ ਕਹਿੰਦੇ ਸੀ ਉਹਨਾਂ ਟਾਈਮਾਂ ਦੇ ਵਿੱਚ ਵਿਚਾਰ ਸੀਗੇ। ਪਰ ਕਹਿੰਦੇ ਅਸੀਂ ਦੋਨੇ ਜਿਹੜੇ ਸੀ ਜਦ ਗੱਲਾਂ ਬਾਤਾਂ ਕਰਦੇ ਆਏ, ਤੇ ਸ਼੍ਰੀ ਭਗਵਤੀ ਚਰਨ ਘੋਸ਼ ਉਹਨਾਂ ਨੇ ਕਹਿੰਦੇ ਮੈਨੂੰ ਜਿਹੜੇ ਸੀਗੇ ਉਹ ਦੁਨੀਆ ਦੇ ਵਿੱਚ ਸਫਲ ਕਿਵੇਂ ਹੋਣਾ ਹੈਗਾ, ਕਿਵੇਂ ਆਪਣੇ ਕੰਮ ਵੱਲ ਧਿਆਨ ਦੇਣਾ ਹੈਗਾ, ਕਿਵੇਂ ਅਸੀਂ ਦੁਨੀਆ ਦੇ ਵਿੱਚ ਸੰਸਾਰੀ ਤਰੱਕੀ ਕਰ ਸਕਦੇ ਹਾਂ, ਇਸ ਤਰ੍ਹਾਂ ਦੇ ਉਪਦੇਸ਼ ਜਿਹੜੇ ਸੀ ਰਸਤੇ 'ਚ ਦੇਣੇ ਸ਼ੁਰੂ ਕਰ ਦਿੱਤੇ। ਤੇ ਅਵਿਨਾਸ਼ ਬਾਬੂ ਕਹਿੰਦੇ ਮੈਂ ਚੁੱਪ-ਚਾਪ ਸੁਣਦਾ ਰਿਹਾ, ਤੇ ਪਰ ਕੋਈ ਜਵਾਬ ਨਹੀਂ ਦਿੱਤਾ। ਜਦ ਨੂੰ ਕਹਿੰਦੇ ਸ਼ਾਮ ਜਿਹੜੀ ਸੀ ਹੋ ਗਈ, ਸੂਰਜ ਡੁੱਬਣ ਵਾਲਾ ਹੋ ਗਿਆ, ਇੱਕ ਸੁੰਨਾ ਮੈਦਾਨ ਆਇਆ, ਉਹਦੇ ਵਿੱਚ ਸੂਰਜ ਦੀਆਂ ਜਿਹੜੀਆਂ ਲਾਲ ਕਿਰਨਾਂ ਸੀਗੀਆਂ ਉਹ ਆਪਣੀ ਰੋਸ਼ਨੀ ਬਖੇਰ ਰਹੀਆਂ ਸੀ। ਬੜਾ ਕੁਦਰਤੀ ਆਨੰਦ ਸੀਗਾ। ਅਸੀਂ ਇਸ ਆਨੰਦ ਨੂੰ ਮਾਣਨ ਵਾਸਤੇ ਕੁਛ ਟਾਈਮ ਜਦ ਉੱਥੇ ਰੁਕੇ, ਅਚਨਚੇਤ ਕਹਿੰਦੇ ਉੱਥੇ ਸ਼੍ਰੀ ਲਹਿੜੀ ਮਹਾਸ਼ਾ ਜਿਹੜੇ ਸੀ ਇੱਕਦਮ ਸਾਹਮਣੇ ਸੀ ਕੁਛ ਗੱਜ 'ਤੇ ਪ੍ਰਗਟ ਹੋ ਗਏ। ਜਦੋਂ ਕਹਿੰਦੇ ਉਹ ਪ੍ਰਗਟ ਹੋਏ ਤੇ ਉਹਨਾਂ ਪ੍ਰਗਟ ਹੁੰਦਿਆਂ ਸਾਰੀ ਕਹਿੰਦੇ ਇੱਕ ਐਸੀ ਗਰਜਵੀਂ ਆਵਾਜ਼ ਜਿਹੜੀ ਪੂਰੇ ਬ੍ਰਹਮੰਡ ਦੇ ਗਰਜ ਰਹੀ ਸੀ, ਉਹਦੇ ਵਿੱਚ ਕਹਿੰਦੇ ਸ਼੍ਰੀ ਭਗਵਤੀ ਜੀ ਨੂੰ ਇਹ ਆਖਿਆ ਸੀਗਾ ਕਿ ਭਗਵਤੀ ਤੂੰ ਆਪਣੇ ਕਰਮਚਾਰੀ ਦੇ ਪ੍ਰਤੀ ਹੈ ਨਾ ਅਤਿਅੰਤ ਕਠੋਰ ਵਾ। ਕਹਿੰਦੇ ਇਹ ਲਫ਼ਜ਼ ਜਿਹੜੇ ਸੀਗੇ ਪੂਰੇ ਬ੍ਰਹਮੰਡ 'ਚ ਗਰਜੇ ਸੀਗੇ। ਤੇ ਕਹਿੰਦੇ ਉਸ ਤੋਂ ਬਾਅਦ ਇਹ ਦ੍ਰਿਸ਼ ਅਲੋਪ ਹੋ ਗਿਆ। ਪਰ ਇਹ ਪਹਿਲੀ ਘਟਨਾ ਸੀਗੀ ਜਿਹੜੀ ਸ਼੍ਰੀ ਭਗਵਤੀ ਚਰਨ ਘੋਸ਼ ਵੱਲੋਂ ਹੋਈ ਸੀ, ਜਦੋਂ ਅਚਨਚੇਤ ਸ਼੍ਰੀ ਲਹਿੜੀ ਮਹਾਸ਼ਾ ਉਹਨਾਂ ਦੇ ਸਾਹਮਣੇ ਪ੍ਰਤੱਖ ਰੂਪ 'ਚ ਪ੍ਰਗਟ ਹੋ ਗਏ ਸੀ ਤੇ ਉਹਨਾਂ ਨੂੰ ਆਹ ਜਿਹੜੇ ਬਚਨ ਕਹੇ ਸੀ। ਉਸ ਤੋਂ ਬਾਅਦ ਅਵਿਨਾਸ਼ ਬਾਬੂ ਤਾਂ ਉਹਨਾਂ ਦਾ ਇਸ ਤਰ੍ਹਾਂ ਦੇ ਦਰਸ਼ਨ ਕਰਦੇ ਸਾਰੇ ਗੁੱਡਿਆਂ ਭਾਰ ਹੋ ਕੇ ਲਹਿੜੀ ਮਹਾਸ਼ਾ ਜੀ ਉੱਚੀ ਪੁਕਾਰਨ ਲੱਗ ਪਏ। ਪਰ ਸ਼੍ਰੀ ਭਗਵਤੀ ਚਰਨ ਘੋਸ਼ ਜਿਹੜੇ ਸੀਗੇ ਉਹ ਵੀ ਬੇਹਰਕਤ ਹੋ ਗਏ ਸੀ, ਸੁੱਧ ਬੁੱਧ ਉਹਨਾਂ ਦੀ ਖੁੱਲ੍ਹ ਗਈ ਸੀ। ਫਿਰ ਉਹਨਾਂ ਨੇ ਅਵਿਨਾਸ਼ ਬਾਬੂ ਨੂੰ ਜਿਹੜਾ ਸੀਗਾ ਲਹਿੜੀ ਮਹਾਸ਼ਾ ਦੇ ਉਸ ਦ੍ਰਿਸ਼ ਤੋਂ ਲੋਪ ਹੋਣ ਤੋਂ ਬਾਅਦ ਕਿਹਾ ਸੀਗਾ ਕਿ ਮੈਂ ਇਸ ਘਟਨਾ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਜਿੱਥੇ ਮੈਂ ਤੈਨੂੰ ਛੁੱਟੀ ਦੇ ਰਿਹਾ ਮੈਂ ਆਪ ਵੀ ਛੁੱਟੀ ਲੈ ਰਿਹਾ, ਅਤੇ ਕੱਲ੍ਹ ਮੈਂ ਆਪ ਆਪਣੀ ਪਤਨੀ ਦੇ ਨਾਲ ਤੈਨੂੰ ਨਾਲ ਜਾ ਕੇ ਵਾਰਾਣਸੀ ਸ਼੍ਰੀ ਲਹਿੜੀ ਮਹਾਸ਼ਾ ਦੇ ਦਰਸ਼ਨ ਕਰਨੇ ਆ। ਕਹਿੰਦੇ ਵੀ ਅਸੀਂ 2 ਦਿਨ ਬਾਅਦ ਪਹੁੰਚੇ ਸੀਗੇ। ਜਦ ਉੱਥੇ ਜਾ ਕੇ ਤੰਗ ਗਲੀਆਂ ਥਾਣੀ ਵਾਰਾਣਸੀ ਦੇ ਵਿੱਚ ਸ਼੍ਰੀ ਲਹਿੜੀ ਮਹਾਸ਼ਾ ਦੇ ਦਰਸ਼ਨ ਕੀਤੇ, ਉਹ ਕਹਿੰਦੇ ਪਹਿਲੇ ਦੀ ਤਰ੍ਹਾਂ ਜਿਹੜੀ ਸੀ ਆਪਣੇ ਪਦਮ ਆਸਣ ਦੀ ਚੌਂਕੀ 'ਤੇ ਬੈਠੇ ਸਾਨੂੰ ਉਹਨੇ ਦਰਸ਼ਨ ਦਿੱਤੇ ਆ। ਫਿਰ ਕਹਿੰਦੇ ਉਹੀ ਜਿਹੜੇ ਸੀਗੇ ਬਚਨ ਨੇ ਜਿਹੜੇ 2 ਦਿਨ ਉਹਨਾਂ ਨੇ ਪਹਿਲਾਂ ਉਸ ਮੈਦਾਨ ਦੇ ਵਿੱਚ ਗਏ ਸੀ, ਉਹੀ ਕਹਿੰਦੇ ਭਗਵਤੀ ਚਰਨ ਘੋਸ਼ ਵੱਲ ਦੇਖ ਕੇ ਕਹੇ ਸੀ ਕਿ ਭਗਵਤੀ ਤੂੰ ਆਪਣੇ ਕਰਮਚਾਰੀ ਦੇ ਪ੍ਰਤੀ ਬਹੁਤ ਜ਼ਿਆਦਾ ਅਤਿਅੰਤ ਕਠੋਰ ਆ। ਉਸ ਤੋਂ ਬਾਅਦ ਕਹਿੰਦੇ ਫਿਰ ਜਿਹੜਾ ਸੀਗਾ ਲਹਿੜੀ ਮਹਾਸ਼ਾ ਨੇ ਇਹਨਾਂ 'ਤੇ ਕਿਰਪਾ ਕੀਤੀ ਸੀ। ਮੇਰੇ ਮਾਤਾ ਪਿਤਾ ਅਤੇ ਪਰਮਹੰਸ ਯੋਗਾਨੰਦ ਜੀ ਕਹਿਣ ਲੱਗੇ, ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਇੱਕ ਕਿਰਿਆ ਯੋਗ ਦੀ ਦੀਕਸ਼ਾ ਦਿੱਤੀ ਸੀ। ਸੋ ਕਹਿਣ ਤੋਂ ਭਾਵ ਇਹ ਆ ਕਿ ਇੱਕ ਇੱਛਾ ਸ਼ਕਤੀ ਐਸੀ ਆ, ਜਿਸ ਇੱਛਾ ਸ਼ਕਤੀ ਦੇ ਨਾਲ ਜਿਵੇਂ ਲਹਿੜੀ ਮਹਾਸ਼ਾ ਨੇ ਆਪਣੇ ਜਿਹੜੇ ਸ਼ਾਗਿਰਦ ਅਵਿਨਾਸ਼ ਬਾਬੂ ਸੀ ਉਹਨਾਂ ਦੀ ਸਹਾਇਤਾ ਕੀਤੀ ਸੀ। ਸੋ ਕੋਈ ਵੀ ਜਿਹੜੇ ਮਹਾਂਪੁਰਖ ਹਨ ਕਿਸੇ ਦੀ ਸਹਾਇਤਾ ਵਾਸਤੇ ਆਪਣੀ ਇੱਛਾ ਸ਼ਕਤੀ ਦਾ ਪ੍ਰਯੋਗ ਕਰ ਸਕਦੇ ਆ। ਪਰ ਕਈ ਵਾਰੀ ਐਸਾ ਹੁੰਦਾ ਕਿ ਕਈ ਜਿਹੜੇ ਇਨਸਾਨ ਹੈਗੇ ਆ ਜਿਨ੍ਹਾਂ ਨੂੰ ਹਜੇ ਇਸ ਇੱਛਾ ਸ਼ਕਤੀ ਦਾ ਇੰਨਾ ਗਿਆਨ ਨਹੀਂ ਹੁੰਦਾ, ਲੇਕਿਨ ਉਹਨਾਂ ਦੇ ਅੰਦਰ ਇੱਛਾ ਸ਼ਕਤੀ ਬੜੀ ਪ੍ਰਬਲ ਹੁੰਦੀ ਆ। ਪਰ ਫਿਰ ਵੀ ਅਗਰ ਕਿਸੇ ਦੇ ਗੁੱਸੇ ਦੇ ਵਿੱਚ ਆ ਕੇ ਕਿਸੇ ਦਾ ਨੁਕਸਾਨ ਬਚਾਉਣ ਦੀ ਇਹ ਗੱਲ ਕਹਿਣ, ਤਾਂ ਫਿਰ ਭਾਈ ਉਹਨਾਂ ਦੀ ਇੱਛਾ ਸ਼ਕਤੀ ਜਿਹੜੀ ਹੈ ਉਹ ਸਮੇਂ ਦੇ ਅਨੁਸਾਰ ਉਹ ਘਟਣ ਲੱਗ ਪੈਂਦੀ ਆ। ਅਗਰ ਉਹ ਲਗਾਤਾਰ ਇਹ ਚੀਜ਼ ਕਰਦੇ ਰਹਿਣ ਤਾਂ ਸਮਾਂ ਪਾ ਕੇ ਇਹ ਚੀਜ਼ ਜਿਹੜੀ ਉਹ ਖਤਮ ਵੀ ਹੋ ਜਾਂਦੀ ਹੈ। ਸੋ ਇਹਦੀ ਜਿਹੜੀ ਦੂਜੀ ਘਟਨਾ ਹੈਗੀ ਉਹ ਪਰਮਹੰਸ ਯੋਗਾਨੰਦ ਜੀ ਆਪਣੀ ਹੈਗੀ ਆ। ਉਹ ਕਹਿੰਦੇ ਸੀਗੇ ਕਿ ਇੱਕ ਵਾਰ ਜਦੋਂ ਨਾ ਗੋਰਖਪੁਰ ਵਾਲਾ ਘਰ ਜਿਹੜਾ ਸੀਗਾ ਜਿਹਦੇ ਵਿੱਚ ਕਹਿੰਦੇ ਅਸੀਂ ਰਹਿੰਦੇ ਸੀਗੇ, ਅਤੇ ਮੇਰੀ ਵੱਡੀ ਭੈਣ ਉਮਾ ਕਹਿੰਦੇ ਅਸੀਂ ਉਹਦੇ ਵਿਹੜੇ ਦੇ ਵਿੱਚ ਇੱਕ ਨਿੰਮ ਦਾ ਦਰਖਤ ਸੀਗਾ ਉਹਦੇ ਥੱਲੇ ਬੈਠੇ ਸੀ। ਉਸ ਨਿੰਮ ਦੇ ਦਰਖਤ ਦੇ ਥੱਲੇ ਮੇਰੀ ਵੱਡੀ ਭੈਣ ਉਮਾ ਜਿਹੜੀ ਸੀ ਕਹਿੰਦੇ ਬੰਗਾਲੀ ਭਾਸ਼ਾ ਦੀ ਜਿਹੜੀ ਪਹਿਲੀ ਜਮਾਤ ਦੀ ਪੁਸਤਕ ਸੀਗੀ ਉਹ ਮੈਨੂੰ ਪੜ੍ਹਾ ਰਹੀ ਸੀਗੀ। ਅਚਨਚੇਤ ਕਹਿੰਦੇ ਮੇਰੀ ਭੈਣ ਉਮਾ ਨੇ ਮੈਨੂੰ ਦੱਸਿਆ ਕਿ ਮੇਰੀ ਲੱਤ 'ਤੇ ਫੋੜਾ ਹੈਗਾ, ਇਸ ਕਰਕੇ ਕਹਿੰਦੇ ਉਹ ਮਲਮ ਦੀ ਡੱਬੀ ਲੈਣ ਚੱਲ ਗਈ। ਉਹਨੇ ਮਲਮ ਦੀ ਡੱਬੀ ਲਿਆਂਦੀ ਅਤੇ ਆਪਣੇ ਫੋੜੇ ਉੱਤੇ ਲਾਉਣੀ ਸ਼ੁਰੂ ਕਰ ਦਿੱਤੀ। ਕਹਿੰਦੇ ਅਤੇ ਫਿਰ ਪਰਮਹੰਸ ਯੋਗਾਨੰਦ ਜੀ ਕਹਿੰਦੇ ਉਹਦੇ ਵਿੱਚ ਥੋੜ੍ਹੀ ਮਾੜੀ ਜਿਹੀ ਮਲਮ ਕਹਿੰਦੇ ਮੈਂ ਵੀ ਕੱਢ ਕੇ ਆਪਣੀ ਬਾਂਹ ਦੇ ਉੱਤੇ ਉਹ ਵੀ ਲਾਉਣੀ ਸ਼ੁਰੂ ਕਰ ਦਿੱਤੀ। ਜਦੋਂ ਕਹਿੰਦੀ ਲਾਉਣੀ ਸ਼ੁਰੂ ਕਰ ਦਿੱਤੀ ਤਾਂ ਮੇਰੀ ਵੱਡੀ ਭੈਣ ਉਮਾ ਨੇ ਮੇਰੇ ਵੱਲ ਦੇਖਿਆ, ਦੇਖ ਕੇ ਕਹਿਣ ਲੱਗੀ, ਕਹਿੰਦੀ ਵੀਰ ਜੀ ਕੀ ਗੱਲ, ਚੰਗੀ ਭਲੀ ਤਾਂ ਜਿਹੜੀ ਤੁਹਾਡੀ ਤੰਦਰੁਸਤ ਬਾਂਹ ਹੈਗੀ ਉਸ 'ਤੇ ਤੁਸੀਂ ਮਲਮ ਇਹ ਲਾਉਣੀ ਚਾਲੂ ਕਰ ਦਿੱਤੀ ਆ।
ਕਹਿੰਦੇ ਜਦੋਂ ਇੰਨੀ ਗੱਲ ਹੋਈ ਤਾਂ ਮੈਂ ਆਪਣੀ ਭੈਣ ਓਮਾ ਨੂੰ ਕਿਹਾ ਹੈਗਾ ਕਿ ਮੈਨੂੰ ਲੱਗਦਾ ਹੈਗਾ ਕਿ ਮੇਰੀ ਆ ਜਿਹੜੀ ਬਾਂਹ ਹੈਗੀ ਇਹ 'ਤੇ ਹੈ ਨਾ ਫੋੜਾ ਨਿਕਲਣ ਵਾਲਾ ਹੈਗਾ, ਮੈਂ ਇਸ ਕਰਕੇ ਮਲਮ ਲਾ ਕੇ ਹੈ ਨਾ ਪਹਿਲਾਂ ਹੀ ਇਸ ਫੋੜੇ ਨੂੰ ਦੱਬਣ ਦਾ ਇੰਤਜ਼ਾਮ ਕਰ ਰਿਹਾ ਹੈਗਾ। ਜਦੋਂ ਇੰਨੀ ਗੱਲ ਹੋਈ ਤਾਂ ਕਹਿੰਦੇ ਮੇਰੀ ਜਿਹੜੀ ਵੱਡੀ ਭੈਣ ਓਮਾ ਸੀ ਖੜਖੜਾ ਕੇ ਹੱਸਣ ਲੱਗ ਪਈ ਅਤੇ ਹੱਸਦੇ ਕਹਿੰਦੇ ਉਹ ਮੈਨੂੰ ਕਹਿਣ ਲੱਗੀ, ਕਹਿੰਦੀ ਵੀ ਜਾ ਝੂਠਾ ਨਾ ਹੋਵੇ ਤਾਂ। ਜਦੋਂ ਕਹਿੰਦੇ ਇੰਨੀ ਗੱਲ ਹੋਈ ਅਤੇ ਕਹਿੰਦੇ ਮੈਨੂੰ ਉਹ 'ਤੇ ਜਿਹੜਾ ਸੀਗਾ ਥੋੜ੍ਹਾ ਜਿਹਾ ਗੁੱਸਾ ਆਇਆ, ਨਿਰਾਸ਼ਤਾ ਆਈ। ਮੈਂ ਉਹਨੂੰ ਕਿਹਾ ਵੀ ਮੈਂ ਝੂਠ ਨਹੀਂ ਹੈਗਾ, ਗੱਲ ਬਿਲਕੁਲ ਸੱਚੀ ਹੈਗੀ ਆ ਕਿ ਮੇਰੀ ਹੈ ਨਾ ਇਹ ਜਿਹੜੀ ਬਾਂਹ ਹੈਗੀ ਇਹ 'ਤੇ ਫੋੜਾ ਨਿਕਲ ਜਾਣਾ ਕੱਲ੍ਹ ਨੂੰ। ਕਹਿੰਦੇ ਜਦੋਂ ਇੰਨੀ ਗੱਲ ਹੋਈ ਤਾਂ ਮੇਰੀ ਓਮਾ ਭੈਣ ਨੇ ਬੇਪਰਵਾਹ ਹੋ ਕੇ 3 ਵਾਰੀ ਕਹਿੰਦੇ ਲਫ਼ਜ਼ ਬੋਲਤਾ, ਕਹਿੰਦੀ ਝੂਠਾ ਝੂਠਾ ਝੂਠਾ। ਜਦੋਂ ਕਹਿੰਦੇ ਇੰਨੀ ਗੱਲ ਹੋਈ ਤਾਂ ਪਰਮਹੰਸ ਜੋਗਨਾਥ ਜੀ ਕਹਿੰਦੇ ਮੈਨੂੰ ਗੁੱਸਾ ਆ ਗਿਆ। ਗੁੱਸੇ ਵਿੱਚ ਕਹਿੰਦੇ ਵੀ ਮੈਂ ਉਹਨੂੰ ਇਹ ਗੱਲ ਕਹਿ ਤੀ ਵੀ ਤੂੰ ਜਦ ਤੱਕ ਦੇਖ ਨਹੀਂ ਲੈਂਦੀ ਕਿ ਮੇਰੀ ਇਹ ਸੱਜੀ ਬਾਂਹ ਦੇ ਉੱਤੇ ਹੈ ਨਾ ਫੋੜਾ ਨਹੀਂ ਨਿਕਲ ਆਉਂਦਾ, ਤੂੰ ਮੈਨੂੰ ਝੂਠਾ ਨਹੀਂ ਕਹਿ ਸਕਦੀ। ਅਤੇ ਦੂਸਰੀ ਗੱਲ ਇਹ ਹੈਗੀ ਕਿ ਜਿਹੜੀ ਤੇਰੀ ਲੱਤ ਦੇ ਉੱਤੇ ਫੋੜਾ ਨਿਕਲਿਆ ਹੈ ਨਾ, ਕੱਲ੍ਹ ਨੂੰ ਮੇਰੀ ਸੱਜੀ ਬਾਂਹ ਦਾ ਜਿੰਨਾ ਫੋੜਾ ਹੈਗਾ ਉਹਦੇ ਨਾਲ ਦੁੱਗਣਾ ਫੋੜਾ ਤੇਰਾ ਵੀ ਹੋ ਜਾਊਗਾ। ਕਹਿੰਦੇ ਇਹਨੇ ਕਹਿਣ ਦੀ ਦੇਰ ਸੀ, ਬਸ ਉਹ ਇੱਛਾ ਸ਼ਕਤੀ ਜਿਹੜੀ ਸੀਗੀ ਉਹ ਉਸੇ ਟਾਈਮ ਕੰਮ ਕਰ ਗਈ। ਅਤੇ ਦੂਏ ਦਿਨ ਕੀ ਹੋਇਆ, ਪਰਮਹੰਸ ਜੋਗਨਾਥ ਜੀ ਕਹਿੰਦੇ ਮੇਰੀ ਸੱਜੀ ਬਾਂਹ ਜਿਹੜੀ ਬਿਲਕੁਲ ਨੋਰਮਲ ਸੀ ਉਹ 'ਤੇ ਫੋੜਾ ਨਿਕਲ ਆਇਆ, ਅਤੇ ਮੇਰੀ ਜਿਹੜੀ ਓਮਾ ਵੱਡੀ ਭੈਣ ਸੀ ਉਹਦੀ ਲੱਤ 'ਤੇ ਜਿਹੜਾ ਫੋੜਾ ਸੀਗਾ ਦੁੱਗਣਾ ਹੋ ਗਿਆ। ਕਹਿੰਦੇ ਜਦੋਂ ਮੈਨੂੰ ਦਿਖਾਲਿਆ ਅਤੇ ਮੇਰੀ ਜਿਹੜੀ ਵੱਡੀ ਭੈਣ ਸੀ ਘਬਰਾ ਕੇ ਆਪਣੀ ਮੰਮੀ ਦੇ ਕੋਲ ਚੱਲ ਗਈ, ਤੈਨੂੰ ਕਹਿਣ ਲੱਗੀ ਕਿ ਮਕੰਦ ਨੇ ਹੈ ਨਾ ਕੋਈ ਜਾਦੂ ਟੂਣਾ ਸਿੱਖ ਲਿਆ ਹੈਗਾ, ਜਿਸ ਕਰਕੇ ਉਹਨੇ ਆਪਣੇ ਵੀ ਫੋੜਾ ਜਿਹੜਾ ਕੱਢ ਲਿਆ ਹੈ ਅਤੇ ਮੇਰਾ ਫੋੜਾ ਵੀ ਦੁੱਗਣਾ ਕਰ ਦਿੱਤਾ। ਪਰ ਕਹਿੰਦੇ ਜਿਹੜੀ ਮੇਰੀ ਮਾਂ ਸੀਗੀ ਪਰਮਹੰਸ ਜੋਗਨਾਥ ਜੀ ਕਹਿੰਦੇ ਉਹ ਤਾਂ ਇਉਂ ਲੈ ਲਓ ਜਿਵੇਂ ਪਿਆਰ ਦੀ ਦੇਵੀ ਸੀ, ਅਤੇ ਇਹਨਾਂ ਧਾਰਮਿਕ ਨਿਯਮ ਦੇ ਜੋ ਕਾਨੂੰਨ ਸੀ ਉਹਨਾਂ ਤੋਂ ਪੂਰੀ ਤਰ੍ਹਾਂ ਵਾਕਿਫ ਸੀਗੀ। ਫਿਰ ਕਹਿੰਦੇ ਮੇਰੀ ਮਾਤਾ ਜੀ ਨੇ ਪਰਮਹੰਸ ਜੋਗਨਾਥ ਜੀ ਮੈਨੂੰ ਕਹਿੰਦੇ ਇਹ ਸਿਕਸ਼ਾ ਦਿੱਤੀ ਸੀ, ਕਹਿੰਦੀ ਮਕੰਦ ਕਿਸੇ ਦਾ ਨੁਕਸਾਨ ਪਹੁੰਚਾਉਣ ਵਾਲੇ ਸ਼ਬਦ ਦੀ ਸ਼ਕਤੀ ਦਾ ਪ੍ਰਯੋਗ ਜਿਹੜਾ ਕਹਿੰਦੀ ਇਹ ਕਦੀ ਨਾ ਕਰੀ। ਕਹਿੰਦੇ ਇਹ ਗੱਲ ਜਿਹੜੀ ਸੀ ਮੈਂ ਆਪਣੀ ਮਾਤਾ ਦਾ ਜੋ ਬਚਨ ਸੀਗਾ ਅੱਜ ਤੱਕ ਆਪਣੇ ਪੱਲੇ ਬੰਨ੍ਹ ਲਿਆ ਸੀਗਾ। ਪਰ ਜਿਹੜੀ ਮੇਰਾ ਕਹਿੰਦੇ ਬਾਂਹ 'ਤੇ ਫੋੜਾ ਨਿਕਲਿਆ ਸੀਗਾ ਉਹ ਚੀਰਾ ਦੇ ਕੇ ਠੀਕ ਹੋਇਆ ਸੀ, ਪਰ ਉਹਦਾ ਨਿਸ਼ਾਨ ਅੱਜ ਵੀ ਮੇਰੀ ਬਾਂਹ 'ਤੇ ਆ। ਪਰ ਉਹ ਇਸ ਸ਼ਬਦ ਦੀ ਜਿਹੜੀ ਹੈਗੀ ਯਾਦ ਦਿਵਾਉਂਦਾ ਹੈਗਾ ਕਿ ਮੇਰੀ ਮਾਤਾ ਨੇ ਮੈਨੂੰ ਕਿਹਾ ਸੀਗਾ ਕਿ ਕਿਸੇ ਦਾ ਨੁਕਸਾਨ ਪਹੁੰਚਾਉਣ ਵਾਸਤੇ ਕਦੀ ਵੀ ਸ਼ਬਦ ਸ਼ਕਤੀ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਕਹਿੰਦੇ ਇਹ ਗੱਲ ਮੈਂ ਜਿਹੜੀ ਸੀ ਉਹ ਲੜ ਬੰਨ ਲਈ ਸੀ। ਭਾਵ ਕੀ ਆ ਕਿ ਇੱਛਾ ਸ਼ਕਤੀ ਨੂੰ ਤੁਸੀਂ ਕਿਸ ਢੰਗ ਦੇ ਨਾਲ ਲੈਂਦੇ ਆ। ਦੇਖੋ ਇੱਛਾ ਸ਼ਕਤੀ ਦੇ ਕਈ ਰੂਪ ਆ, ਤੁਸੀਂ ਉਸ ਨੂੰ ਕਿਸ ਢੰਗ ਦੇ ਨਾਲ ਵਰਤ ਸਕਦੇ ਆ। ਅਤੇ ਪਰਮਹੰਸ ਜੋਗਨਾਥ ਜੀ ਨੇ ਤੀਸਰੀ ਘਟਨਾ ਇੱਛਾ ਸ਼ਕਤੀ ਦੀ ਜਿਹੜੀ ਸੀ ਉਹ ਬੜੀ ਸੁੰਦਰ ਦੱਸੀ ਸੀ। ਉਹਦੇ ਵਿੱਚ ਉਹਨੇ ਦੱਸਿਆ ਸੀਗਾ ਕਿ ਜਦੋਂ ਮੈਂ ਹੈ ਨਾ ਕੈਲੀਫੋਰਨੀਆ ਗਿਆ, ਕੈਲੀਫੋਰਨੀਆ ਦੇ ਇੱਕ ਸਾਇੰਟਿਸਟ ਆ, ਉਹਨਾਂ ਦਾ ਨਾਂ ਹੈਗਾ ਲੂਥਰ ਬਰਬੈਕ। ਕਹਿੰਦੇ ਜਿਹੜੇ ਇਹ ਸਾਇੰਟਿਸਟ ਹੈਗੇ ਆ ਇਹ ਪੌਦਿਆਂ ਦੀਆਂ ਨਵੀਆਂ ਕਿਸਮਾਂ ਪੈਦਾ ਕਰਦੇ ਆ, ਅਤੇ ਕਈ ਸੈਂਕੜੇ ਹਜ਼ਾਰਾਂ ਕਿਸਮਾਂ ਇਹਨਾਂ ਨੇ ਪੈਦਾ ਕੀਤੀਆਂ, ਅਤੇ ਇਹਨਾਂ ਨੂੰ ਹਜ਼ਾਰਾਂ ਚਿੱਠੀਆਂ ਰੋਜ਼ ਆਉਂਦੀਆਂ ਹੈਗੀਆਂ ਦੂਰੋਂ ਦੂਰੋਂ ਕਿ ਇਸ ਸਰਚ ਪ੍ਰਯੋਗ ਦੇ ਵਿੱਚ ਇਹਨਾਂ ਨੇ ਆਪਣਾ ਇੱਕ ਜਿਹੜਾ ਘਰੇਲੂ ਬਗੀਚਾ ਬਣਾਇਆ ਹੈਗਾ। ਇਹ ਜਿਹੜਾ ਘਰੇਲੂ ਬਗੀਚਾ ਜਿੱਥੇ ਪ੍ਰਯੋਗ ਕਰਦੇ ਆ ਇਹ ਸੈਂਟ ਰੋਜ਼ਾ ਦੇ ਵਿੱਚ ਸਥਿਤ ਹੈਗਾ, ਅਤੇ ਇਸ ਦੇ ਵਿੱਚ ਹੈ ਨਾ ਇਹ ਆਪਣਾ ਜਿਹੜਾ ਪ੍ਰਯੋਗ ਹੈਗਾ ਬੂਟਿਆਂ ਦੇ ਪ੍ਰਤੀ ਡੇਲੀ ਕਰਦੇ ਆ। ਕਹਿੰਦੇ ਫਿਰ ਇਸੇ ਸਾਇੰਟਿਸਟ ਲੂਥਰ ਨੇ ਕਹਿੰਦੇ ਮੈਨੂੰ ਦੱਸਿਆ ਸੀਗਾ, ਕਹਿੰਦੇ ਉਹਨੇ ਉਹਨੂੰ ਦੱਸਿਆ ਸੀਗਾ ਕਿ ਉਨਤ ਕਿਸਮ ਦੇ ਜਿਹੜੇ ਪੌਦੇ ਤਿਆਰ ਕਰਨ ਦਾ ਭੇਦ ਜਿਹੜਾ ਵਿਗਿਆਨਕ ਗਿਆਨ ਤੋਂ ਇਲਾਵਾ ਕਹਿੰਦੇ ਇੱਕ ਹੋਰ ਵੀ ਆ। ਫਿਰ ਪਰਮਹੰਸ ਜੋਗਨਾਥ ਜੀ ਕਹਿੰਦੇ ਮੈਂ ਪੁੱਛਿਆ ਸੀ ਉਹ ਕੀ, ਕਹਿੰਦੇ ਉਹ ਹੈਗਾ ਪ੍ਰੇਮ, ਪਿਆਰ। ਪ੍ਰੇਮ ਅਤੇ ਪਿਆਰ ਦੇ ਨਾਲ ਤੁਸੀਂ ਬੂਟਿਆਂ ਦੀਆਂ ਉਨਤ ਕਿਸਮਾਂ ਵੀ ਜਿਹੜੀਆਂ ਉਹ ਪੈਦਾ ਕਰ ਸਕਦੇ ਆ, ਕਈ ਨਵੀਆਂ ਕਿਸਮਾਂ ਪੈਦਾ ਕਰ ਸਕਦੇ ਆ, ਕਿਉਂਕਿ ਪ੍ਰੇਮ ਪਿਆਰ ਦੇ ਵਿੱਚ ਇੰਨੀ ਇੱਛਾ ਸ਼ਕਤੀ ਕੰਮ ਕਰਦੀ ਆ। ਜਦ ਇੰਨੀ ਗੱਲ ਹੋਈ ਸੀ ਫਿਰ ਪਰਮਹੰਸ ਜੋਗਨਾਥ ਜੀ ਕਹਿੰਦੇ ਵੀ ਮੈਂ ਹੈਰਾਨ ਹੋ ਗਿਆ। ਮੈਂ ਇਹਨੂੰ ਪੁੱਛਿਆ ਵੀ ਕੀ ਤੁਸੀਂ ਇਸ ਤਰ੍ਹਾਂ ਦਾ ਕਦੀ ਪ੍ਰਯੋਗ ਕੀਤਾ? ਅਤੇ ਫਿਰ ਕਹਿੰਦੇ ਲੂਥਰ ਜਿਹੜੇ ਆ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਕਿ ਇੱਕ ਮਾਰੂਥਲ ਦਾ ਹੈ ਨਾ ਦਰਖਤ ਹੈਗਾ, ਬੂਟਾ ਹੈਗਾ, ਉਹਦਾ ਨਾਂ ਹੈਗਾ ਨਾਗਫਣੀ, ਜਿਹਨੂੰ ਥੋਰ ਆਖਦੇ ਆ। ਇਹ ਮਾਰੂਥਲ 'ਚ ਹੁੰਦੀ ਆ, ਇਹ ਆਦਮੀ ਦੇ ਖਾਣਯੋਗ ਵਾਲੀ ਜਿਹੜੀ ਥੋਰ ਹੈਗੀ ਆ। ਕਹਿੰਦੇ ਮੇਰੇ ਮਨ ਦੇ ਵਿੱਚ ਇੱਕ ਦਿਨ ਇਹ ਆਇਆ ਕਿ ਮੈਂ ਇਹ ਜਿਹੜੀ ਥੋਰ ਜਿਹਨੂੰ ਕੰਡੇ ਲੱਗੇ ਆ ਅਤੇ ਕਿਉਂ ਨਾ ਕਿ ਐਸੀ ਕਿਸਮ ਤਿਆਰ ਕਰਾਂ ਜਿਹੜੀ ਕੰਡਿਆਂ ਤੋਂ ਬਗੈਰ ਹੋਵੇ। ਕਹਿੰਦੇ ਫੇਰ ਕੀ ਸੀ, ਇਹ ਜਿਹੜੀ ਨਾਗਫਣੀ ਥੋਰ ਸੀਗੀ ਮਾਰੂਥਲ ਦੀ, ਕਹਿੰਦੇ ਮੈਂ ਇਹਦੇ ਕੋਲ ਰੋਜ਼ ਬੈਠ ਜਾਣਾ ਬੜੇ ਪ੍ਰੇਮ ਦੇ ਨਾਲ। ਕਹਿੰਦੇ ਇਸ ਥੋਰ ਨੂੰ ਹੈ ਨਾ ਇਹ ਬਚਨ ਜਿਹੜੇ ਸੀ ਇਹ ਕਹਿਣੇ ਸ਼ੁਰੂ ਕਰ ਦਿੱਤੇ। ਉਹ ਇਹ ਕਹੇ ਆ ਕਿ ਤੁਹਾਨੂੰ ਕਿਸੇ ਤੋਂ ਡਰਨ ਦੀ ਜ਼ਰੂਰਤ ਨਹੀਂ ਆ, ਆਤਮ ਰੱਖਿਆ ਵਾਸਤੇ ਤੁਹਾਨੂੰ ਕੰਡਿਆਂ ਦੀ ਵੀ ਜ਼ਰੂਰਤ ਨਹੀਂ ਆ, ਕਿਉਂਕਿ ਤੁਹਾਡੀ ਜਿਹੜੀ ਰੱਖਿਆ ਮੈਂ ਕਰੂੰਗਾ। ਕਹਿੰਦੇ ਜਦੋਂ ਮੈਂ ਆਪਣੇ ਪ੍ਰੇਮ ਦੀਆਂ ਸੰਵੇਦਨਸ਼ੀਲ ਤਰੰਗਾਂ ਜਿਹੜੀਆਂ ਸੀਗੀਆਂ ਰੋਜ਼ ਇਸ ਥੋਰ ਦੇ ਬੂਟੇ ਦੇ ਕੋਲ ਆ ਕੇ ਇਹ ਕਹਿਣੀਆਂ ਸ਼ੁਰੂ ਕਰ ਦਿੱਤੀਆਂ,
बस मेरियां प्रेम दीयां तरंगां दा इस कंडियाली थोर दे बूटे ते ऐसा असर होया कि हौली हौली ਉਹਦੇ ਜਿਹੜੇ ਹਨ ਕੰਡੇ ਉਹ ਝੜ ਗਏ ਤੇ ਪੂਰੀ ਥੋਰ ਜਿਹੜੀ ਕੰਡਿਆਂ ਤੋਂ ਬਗੈਰ ਬਣ ਗਈ ਹੈ। ਭਾਵ ਕੀ ਆ, ਬਿਨਾਂ ਕਿਸੇ ਵਿਗਿਆਨਕ ਕਾਰਨ ਦੇ, ਗਿਆਨ ਦੇ, ਬਿਨਾਂ ਕਿਸੇ ਤਬਦੀਲੀ ਦੇ ਪ੍ਰੇਮ ਪਿਆਰ ਦੀ ਇੱਛਾ ਵਿੱਚ ਐਸੀ ਸ਼ਕਤੀ ਆ ਕਿ ਉਹ ਜਿਹੜੀ ਕੰਡਿਆਂ ਵਾਲੀ ਥੋਰ ਸੀਗੀ, ਉਹ ਕੰਡਿਆਂ ਵਾਲੀ ਥੋਰ ਜਿਹੜੀ ਸੀਗੀ ਉਹ ਬਿਨਾਂ ਕੰਡਿਆਂ ਤੋਂ ਥੋਰ ਜਿਹੜੀ ਆ ਮਨੁੱਖ ਦੇ ਖਾਣ ਵਾਲੀ ਬਣ ਗਈ ਆ। ਬੜੀ ਹੈਰਾਨੀ ਵਾਲੀ ਇਹ ਖੋਜ ਸੀਗੀ ਜਿਹੜੀ ਉਹ ਉਸ ਟਾਈਮ ਦੇ ਜਿਹੜੇ ਵਿਗਿਆਨੀ ਲੂਥਰ ਨੇ ਜਿਹੜੀ ਸੀਗੀ ਉਹ ਸੰਸਾਰ ਦੇ ਵਿੱਚ ਸਿੱਧ ਕਰਕੇ ਦਿਖਾਈ ਸੀ। ਇਸ ਕਰਕੇ ਲੋਕੀ ਜਿਹੜੇ ਸੀਗੇ ਹਨ, ਜਿੱਥੇ ਉਹਨੂੰ ਵੱਡਾ ਵਿਗਿਆਨੀ ਆਖਦੇ ਸੀ ਉੱਥੇ ਸੰਤ ਵੀ ਆਖਦੇ ਸੀ। ਸੋ ਇਹ ਜਿਹੜੀ ਥੋਰ ਸੀ, ਇਸ ਦੇ ਹਨ ਜਿਹੜੇ ਕੁਛ ਪੱਤੇ 3 ਸੀਗੇ ਉਹ ਪਰਮਹੰਸ ਯੋਗਾਨੰਦ ਜੀ ਨੇ ਆਪਣੇ ਘਰ ਕਲਕੱਤੇ ਵੀ ਜਿਹੜੇ ਸੀਗੇ ਉਹਨਾਂ ਤੋਂ ਮੰਗ ਕੇ ਲਿਆਂਦੇ ਸੀ ਤੇ ਉਹਨਾਂ ਨੇ ਫਿਰ ਜਦ ਇਹ ਥੋਰ ਜਿਹੜੀ ਸੀ ਆਪਣੇ ਘਰ ਦੇ ਵਿੱਚ ਲਾਈ ਸੀ ਤਾਂ ਇਹ ਥੋਰ ਜਿਹੜੀ ਸੀ ਇਹ ਵੀ ਵਿਸ਼ਾਲ ਰੂਪ ਜਿਹੜੀ ਸੀ ਉਹ ਧਾਰਨ ਕਰ ਗਈ ਸੀ। ਸੋ ਕਹਿਣ ਦਾ ਭਾਵ ਇਹ ਹੈਗਾ ਕਿ ਇੱਛਾ ਸ਼ਕਤੀ ਦੀ ਵਰਤੋਂ ਅਸੀਂ ਕਿਸ ਤਰੀਕੇ ਦੇ ਨਾਲ ਕਰਦੇ ਹਾਂ। ਅਗਰ ਅਸੀਂ ਲਾਲਚ ਦੇ ਨਾਲ ਇੱਛਾ ਸ਼ਕਤੀ ਦੀ ਵਰਤੋਂ ਕਰਦੇ ਹਾਂ ਤਾਂ ਵੀ ਆਪਾਂ ਦੇਖਦੇ ਹਾਂ ਜਿਹੜਾ ਲਾਲਚ ਨਾਲ ਕੀਤੀ ਇੱਛਾ ਸ਼ਕਤੀ ਦੀ ਵਰਤੋਂ ਹੁੰਦੀ ਆ ਉਹ ਇੱਛਾ ਸ਼ਕਤੀ ਨੂੰ ਬਹੁਤ ਛੇਤੀ ਨਸ਼ਟ ਕਰ ਦਿੰਦੀ ਆ। ਹੁਣ ਦੱਸਦੇ ਇੱਕ ਮਿੱਤਰ ਹੈਗੇ ਆ ਜਿਹੜੇ ਪੌਂਟਾ ਸਾਹਿਬ ਰਹਿੰਦੇ ਆ, ਉਹਨਾਂ ਨੇ ਇੱਕ ਘਟਨਾ ਜਿਹੜੀ ਸੀ ਆਪਣੇ ਜੀਵਨ ਦੀ ਬੜੀ ਦੁਰਲੱਭ ਉਦਾਸ ਨਾਲ ਸਾਂਝੀ ਕੀਤੀ ਸੀ। ਉਹਨਾਂ ਨੇ ਦੱਸਿਆ ਸੀਗਾ ਕਿ ਇੱਕ ਵਾਰ ਜਦੋਂ ਉਹ ਇੱਕ ਸ਼ਬਦ ਥਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਅਚਨਚੇਤ ਸਹਿਜ ਸੁਭਾਅ, ਜਦੋਂ ਉਹਨਾਂ ਦਾ ਬਚਪਨਾ ਸੀਗਾ ਉਦੋਂ ਪੜ੍ਹਦੇ ਹੁੰਦੇ ਸੀਗੇ ਤੇ ਇਹ ਸ਼ਬਦ ਦੀ ਤਾਕਤ ਕਰਕੇ ਮੇਰੀ ਇੱਛਾ ਸ਼ਕਤੀ ਬੜੀ ਪ੍ਰਬਲ ਹੋ ਗਈ ਸੀ। ਇੱਕ ਵਾਰ ਕਹਿੰਦੇ ਕੀ ਹੋਇਆ ਸੀਗਾ ਕਿ ਮੈਂ ਜਦੋਂ ਗਾਵਾਂ ਮੱਝਾਂ ਚਾਰਦਾ ਸੀਗਾ ਤੇ ਇੱਕ ਪੱਥਰ 'ਤੇ ਬੈਠ ਕੇ ਜਦੋਂ ਇਸੇ ਸ਼ਬਦ ਦਾ ਆਰਾਧਨ ਕਰਦਾ ਸੀਗਾ, ਅਚਨਚੇਤ ਕਹਿੰਦੇ ਮੇਰੇ ਮਨ ਦਾ ਫੁਰਨਾ ਆਇਆ ਕਿ ਅੱਜ ਮੈਨੂੰ ਕਿਤੇ 2 ਪੈਸੇ ਮਿਲ ਜਾਣ ਉਹਨਾਂ ਟਾਈਮਾਂ ਦੇ ਵਿੱਚ ਤੇ ਮੇਰੀ ਬੱਲੇ ਬੱਲੇ ਹੋ ਜਾਵੇ। ਕਹਿੰਦੇ ਜਦ ਨਿਗਾਹ ਮਾਰੀ ਤੇ ਬਾਕੀ ਜ਼ਮੀਨ ਦੇ ਉੱਤੇ ਹਨ 2 ਪੈਸੇ ਪਏ ਸੀ। ਕਹਿੰਦੇ ਮੈਂ ਚੱਕ ਕੇ ਆਪਣੀ ਜੇਬ 'ਚ ਪਾ ਲਏ। ਉਸ ਤੋਂ ਬਾਅਦ ਕਹਿੰਦੇ ਫਿਰ ਜਿਹੜੇ ਸੀ ਮੇਰੇ ਮਨ ਦਾ ਲਾਲਚ ਵਧਿਆ। ਮੈਂ ਕਿਹਾ 2 ਨਹੀਂ, ਅਗਰ 3 ਪੈਸੇ ਹੋਣ ਤਾਂ ਫਿਰ ਗੱਲ ਬਣਦੀ ਆ। ਕਹਿੰਦੇ ਜਦ ਜ਼ਮੀਨ 'ਤੇ ਨਿਗਾਹ ਮਾਰੀ ਤੇ ਥੱਲੇ 3 ਪੈਸੇ ਪਏ ਸੀ, ਉਹ ਵੀ ਚੱਕ ਕੇ ਮੈਂ ਆਪਣੀ ਜੇਬ 'ਚ ਪਾਏ। ਫਿਰ ਕਹਿੰਦੇ ਲਾਲਚ ਹੋਰ ਵਧਿਆ। ਫਿਰ ਮੈਂ ਕਿਹਾ 3 ਨਾਲ ਵੀ ਗੱਲ ਨਹੀਂ ਬਣਦੀ, ਅਗਰ 5 ਪੈਸੇ ਹੋਣ ਫਿਰ ਜਿਹੜੀ ਆ ਬਹੁਤ ਵਧੀਆ ਗੱਲ ਹੈਗੀ। ਅਖੀਰ ਕਹਿੰਦੇ ਜਦ ਨਿਗਾਹ ਮਾਰੀ ਆ ਤੇ ਫਿਰ ਕਹਿੰਦੇ ਉਹ ਜ਼ਮੀਨ 'ਤੇ ਦੇਖਿਆ ਤਾਂ 5 ਪੈਸੇ ਪਏ ਸੀ, ਉਹ ਵੀ ਕਹਿੰਦੇ ਮੈਂ ਚੱਕ ਕੇ ਆਪਣੀ ਜੇਬ 'ਚ ਪਾ ਲਿਆ। ਤੇ ਉਸ ਤੋਂ ਬਾਅਦ ਕਹਿੰਦੇ ਮੇਰਾ ਲਾਲਚ ਜਿਹੜਾ ਸੀਗਾ ਸਿਖਰਾਂ ਨੂੰ ਪਾਰ ਕਰ ਗਿਆ ਤੇ ਮੇਰੇ ਮਨ ਦੇ ਵਿੱਚ ਇਹ ਜਿਹੜਾ ਸੀ ਫੁਰਨਾ ਬਣ ਗਿਆ ਕਿ ਅਗਰ 10 ਪੈਸੇ ਹੋਣ ਤਾਂ ਫਿਰ ਗੱਲ ਹੈਗੀ ਆ। ਕਹਿੰਦੇ ਜਦੋਂ ਲਾਲਚ ਜਿਹੜਾ ਸਿਖਰਾਂ 'ਤੇ ਪਹੁੰਚਿਆ ਜਾਂ ਥੱਲੇ ਨਜ਼ਰ ਮਾਰੀ ਤਾਂ ਥੱਲੇ ਕੁਛ ਵੀ ਨਹੀਂ ਸੀ। ਉਹ ਜਿਹੜੀ ਇੱਛਾ ਸ਼ਕਤੀ ਸੀਗੀ ਮੇਰੇ ਅੰਦਰ ਇਸ ਸ਼ਬਦ ਦੀ ਇਕਾਗਰਤਾ ਦੇ ਨਾਲ ਪੈਦਾ ਹੋਈ ਸੀ, ਉਹ ਇਸੇ ਲਾਲਚ ਦੇ ਵਿੱਚ ਜਿਹੜੀ ਸੀਗੀ ਉਹ ਪੂਰੀ ਨਸ਼ਟ ਹੋ ਚੁੱਕੀ ਸੀਗੀ। ਇਸ ਤਰ੍ਹਾਂ ਇੱਕ ਇੱਛਾ ਸ਼ਕਤੀ ਹੈਗੀ ਜਿਹੜੀ ਮਨੋਤ ਧਾਰ ਕੇ ਕੀਤੀ ਜਾਂਦੀ ਹੈ। ਇਹ ਵੀ ਇੱਛਾ ਸ਼ਕਤੀ ਜਿਹੜੀ ਸਮੇਂ ਦੇ ਵਿੱਚ ਪ੍ਰਬਲ ਹੋ ਜਾਂਦੀ ਹੈ। ਸੋ ਇਸੇ ਹੀ ਮਿੱਤਰ ਨੇ ਦੱਸਿਆ ਸੀ ਕਿ ਉਹਨਾਂ ਦੀ ਇੱਕ ਦਾਦੀ ਸੀ ਜਿਹੜੀ ਅਸਮਾਨੀ ਬਿਜਲੀ ਤੋਂ ਬੜਾ ਡਰਦੀ ਹੁੰਦੀ ਸੀ। ਜਦੋਂ ਕਹਿੰਦੇ ਅਸਮਾਨੀ ਬਿਜਲੀ ਕੜਕਦੀ ਹੁੰਦੀ ਸੀ ਉਹਨੇ ਘਰ 'ਚ ਰੌਲਾ ਪਾ ਦੇਣਾ ਕਿ ਜਦੋਂ ਬਿਜਲੀ ਚਮਕਦੀ ਹੈ ਸਾਰੇ ਬੱਚੇ ਜਿਹੜੇ ਉਹ ਅੰਦਰ ਆ ਕੇ ਬੈਠ ਜਾਣ, ਕਿਉਂਕਿ ਬਾਹਰ ਬਿਜਲੀ ਕਿਸੇ ਦੇ ਉੱਤੇ ਵੀ ਜਿਹੜਾ ਹੈਗਾ ਉਹ ਡਿੱਗ ਸਕਦੀ ਆ ਤੇ ਉਸ ਨੂੰ ਖ਼ਤਮ ਕਰ ਸਕਦੀ ਆ। ਇਹ ਕਹਿੰਦੇ ਜਿਹੜੀ ਸੀ ਮੇਰੀ ਦਾਦੀ ਦੇ ਅੰਦਰ ਹੈ ਨਾ ਇੱਕ ਬਹੁਤ ਬੜਾ ਡਰ ਬਣ ਗਿਆ ਸੀਗਾ ਉਹਨਾਂ ਟਾਈਮਾਂ ਦੇ ਵਿੱਚ। ਤੇ ਮੇਰੀ ਦਾਦੀ ਜਦੋਂ ਵੀ ਕਹਿੰਦੇ ਮੀਂਹ ਪੈਂਦਾ ਹੁੰਦਾ ਸੀਗਾ, ਇੱਕ ਬਰਾਂਡਾ ਸੀ, ਬਰਾਂਡੇ ਦਾ ਕਮਰਾ ਸੀ, ਕਮਰੇ ਦੇ ਪਿੱਛੇ ਇੱਕ ਹੋਰ ਛੋਟੀ ਕੋਠੜੀ ਹੁੰਦੀ ਸੀ, ਉਸ ਕੋਠੜੀ ਵਿੱਚ ਆਪਣਾ ਮੰਜਾ ਢਾ ਕੇ ਬਹਿੰਦੇ ਸੀਗੇ। ਬਸ ਕਹਿੰਦੇ ਉਸ ਮਨੋਤ ਦੇ ਕਾਰਨ, ਉਸ ਡਰ ਦੇ ਕਾਰਨ ਐਸਾ ਕਹਿੰਦੇ ਜਿਹੜਾ ਸੀ ਅਸਰ ਉਸ ਅਸਮਾਨੀ ਬਿਜਲੀ ਦਾ ਹੋਇਆ ਕਿ ਇੱਕ ਵਾਰੀ ਜਿਹੜਾ ਸੀਗਾ ਉਹ ਅਸਮਾਨੀ ਬਿਜਲੀ ਜਦ ਮੀਂਹ ਪਿਆ ਸੀ ਉਸ ਟਾਈਮ ਪਈ ਆ ਤੇ ਕਹਿੰਦੇ ਸਾਡੇ ਬਰਾਂਡੇ ਵਿੱਚੋਂ ਨਿਕਲ ਕੇ ਕਮਰੇ 'ਚ ਹੋ ਕੇ ਤੇ ਜਿੱਥੇ ਉਹ ਅੰਦਰ ਕੋਠੜੀ ਵਿੱਚ ਲੁੱਕ ਕੇ ਬੈਠੀ ਸੀ ਰਜਾਈ ਦੇ ਵਿੱਚ ਉਹਦੇ ਉੱਤੇ ਪੈ ਗਈ ਤੇ ਉੱਥੇ ਹੀ ਕਹਿੰਦੇ ਉਹ ਖਤਮ ਹੋ ਗਈ ਸੀ। ਸੋ ਕਹਿਣ ਤੋਂ ਭਾਵ ਇਹ ਆ ਕਿ ਅਸੀਂ ਇੱਛਾ ਸ਼ਕਤੀ ਨੂੰ ਨਾ ਮਨੋਤ ਧਾਰ ਕੇ ਵੀ ਜਿਹੜਾ ਹੈ ਆਪਣੇ ਵੱਲ ਖਿੱਚ ਸਕਦੇ ਹਾਂ। ਅਤੇ ਕਈ ਵਾਰ ਇਹ ਹੁੰਦਾ ਹੈ ਕਿ ਕਿਸੇ ਅਣਖ ਦੇ ਨਾਲ ਅਤੇ ਜਾਂ ਕਿਸੇ ਆਪਣੇ ਸੰਤਾਂ ਮਹਾਤਮਾ ਦੀ ਪਵਿੱਤਰਤਾ ਦਾ ਜਦ ਸਵਾਲ ਆ ਜਾਵੇ ਉਸ ਟਾਈਮ ਜਿਹੜੀ ਇੱਛਾ ਸ਼ਕਤੀ ਵਰਤੋਂ ਕੀਤੀ ਜਾਵੇ ਉਹ ਉਸੇ ਟਾਈਮ ਜਿਹੜੀ ਆ ਉਹ ਪੂਰੀ ਹੋ ਜਾਂਦੀ ਹੈ। ਜਿਵੇਂ ਕਿ ਕੋਈ ਸੱਜਣ ਸੀਗੇ ਉਹ ਕਿਸੇ ਮਹਾਤਮਾ ਦੇ ਪ੍ਰਤੀ ਜਿਹੜਾ ਸੀਗਾ ਬੜੇ ਨਿੰਦਣਯੋਗ ਸ਼ਬਦ ਵਰਤ ਰਹੇ ਸੀਗੇ। ਜਦੋਂ ਨਿੰਦਣਯੋਗ ਸ਼ਬਦ ਵਰਤ ਰਹੇ ਸੀ ਤਾਂ ਉਹਨਾਂ ਮਹਾਤਮਾ ਨੂੰ ਮੰਨਣ ਵਾਲੇ ਇੱਕ ਜੋ ਜਗਿਆਸੂ ਸੀਗੇ ਉਹਨਾਂ ਨੇ ਉਹਨਾਂ ਨੂੰ ਰੋਕਣ ਦਾ ਯਤਨ ਕੀਤਾ ਕਿ ਮਹਾਂਪੁਰਖਾਂ ਦੀ ਨਿੰਦਾ ਕਰਨੀ ਜਿਹੜੀ ਉਹ ਕਿਸੇ ਨੂੰ ਸੋਭਦੀ ਨਹੀਂ, ਕਿਉਂਕਿ ਗੁਰਬਾਣੀ ਦਾ ਫਰਮਾਨ ਕਿ ਸੰਤ ਕੀ ਨਿੰਦਾ ਨਾਨਕਾ ਬੋਹਰ ਬੋਹਰ ਅਵਤਾਰ। ਪੂਰਨ ਸੰਤ ਮਹਾਂਪੁਰਖ ਉਹਨਾਂ ਦੀ ਨਿੰਦਾ ਕਰਨ ਦਾ ਜਿਹੜਾ ਹੈਗਾ ਉਹ ਸਾਰਾ ਜੋ ਮਨੁੱਖ ਦਾ ਜਿੰਨਾ ਵੀ ਜਿਹੜਾ ਤਪ ਹੁੰਦਾ ਉਸੇ ਟਾਈਮ ਡਿੱਗ ਪੈਂਦਾ। ਪਰ ਕਹਿੰਦੇ ਜਿਹੜਾ ਉਹ ਨਿਸ਼ਾਨ ਸੀ ਉਹ ਹਟਿਆ ਨਹੀਂ। ਜਦ ਇੰਨੀ ਗੱਲ ਹੋਈ ਤਾਂ ਕਹਿੰਦੇ ਉਹ ਸੱਜਣ ਦੇ ਮੁੱਖ ਤੋਂ ਵਿੱਚੋਂ ਇਹ ਨਿਕਲ ਗਿਆ ਕਿ ਜੇ
ਜੀਭ ਦੇ ਨਾਲ ਤੂੰ ਉਹਨਾਂ ਮਹਾਂਪੁਰਖਾਂ ਦੀ ਨਿੰਦਾ ਕਰਦਾ, ਇਸ ਤੇਰੀ ਜੀਭ ਦੇ ਉੱਤੇ ਹੁਣੇ ਜਿਹੜੇ ਹੈਗਾ ਉਹ ਛਾਲੇ ਹੋ ਜਾਣਗੇ ਅਤੇ ਤੇਰੀ ਜਿਹੜੀ ਉਹ ਪੂਰੀ ਤਰ੍ਹਾਂ ਸੜ ਜਾਊਗੀ। ਕਿੰਨੇ ਕਹਿਣ ਦੀ ਢੇਰ ਆ, ਉਸ ਟਾਈਮ ਉਹਦੀ ਜੀਭ ਦੇ ਉੱਤੇ ਜਿਹੜਾ ਸੀ ਬੜਾ ਭਾਰੀ ਦਰਦ ਹੋਇਆ ਅਤੇ ਬੜੇ ਮੋਟੇ ਮੋਟੇ ਛਾਲੇ ਉੱਭਰ ਆਏ ਅਤੇ ਉਹ ਜਿਹੜੀ ਉਹਦੀ ਜੀਭ ਸੀਗੀ ਉਹ ਉਸੇ ਟਾਈਮ ਛਾਲਿਆਂ ਦੇ ਨਾਲ ਭਰ ਗਈ ਸੀ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਅਣਖ ਅਤੇ ਪਵਿੱਤਰਤਾ ਕਰਕੇ ਵੀ ਜਿਹੜੀ ਇੱਛਾ ਸ਼ਕਤੀ ਹੈ ਨਾ ਬੜੀ ਪ੍ਰਬਲ ਕੰਮ ਕਰ ਜਾਂਦੀ ਆ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਇੱਛਾ ਸ਼ਕਤੀ ਵਰਤੇ ਸ਼ਰਾਬ ਦੇ ਰੂਪ ਦੇ ਵਿੱਚ ਵੀ ਬੜੀ ਪ੍ਰਬਲ ਹੋ ਕੇ ਜਿਹੜੀ ਆ ਉਹ ਚੱਲਦੀ ਆ। ਇਹਦੇ ਵਿੱਚ ਅਸੀਂ ਇਤਿਹਾਸਕ ਜਿਹੜੇ ਪ੍ਰਮਾਣ ਉਹ ਵੀ ਦੇਖਦੇ ਹਾਂ, ਜਿਵੇਂ ਕਿਵੇਂ ਗੰਧਾਰੀ ਨੇ ਆਪਣੀ ਇੱਛਾ ਸ਼ਕਤੀ ਦੇ ਨਾਲ ਆਪਣੇ ਪੁੱਤਰ ਦੁਰਯੋਧਨ ਦਾ ਜਿਹੜਾ ਸਰੀਰ ਹੈਗਾ ਉਸ ਸਰੀਰ ਨੂੰ ਜਿਹੜਾ ਸੀ ਉਹ ਵਜਰ ਦਾ ਬਣਾ ਦਿੱਤਾ ਸੀਗਾ। ਇਸ ਤਰ੍ਹਾਂ ਲਛਮਣ ਨੇ ਜਦ ਮੇਘਨਾਥ ਨੂੰ ਮਾਰਿਆ ਸੀ ਉਹਨਾਂ ਟਾਈਮਾਂ ਦੇ ਵਿੱਚ, ਉਸ ਟਾਈਮ ਵੀ ਉਹਨੇ ਆਪਣੀ ਇੱਛਾ ਸ਼ਕਤੀ ਦਾ ਪ੍ਰਯੋਗ ਜਿਹੜਾ ਸੀਗਾ ਉਹ ਇਹ ਕਹਿ ਕੇ ਕੀਤਾ ਸੀਗਾ ਕਿ ਅਗਰ ਮੈਂ ਸ਼੍ਰੀ ਰਾਮ ਭਗਵਾਨ ਦੀ ਬੜੇ ਦਿਲ ਦੇ ਨਾਲ ਸੱਚੇ ਮਨ ਦੇ ਨਾਲ ਸੇਵਾ ਕੀਤੀ ਆ ਅਤੇ ਇਹ ਜਿਹੜਾ ਮੇਰਾ ਸ਼ਸਤਰ ਹੈਗਾ ਇਹ ਹੁਣ ਮੇਘਨਾਥ ਨੂੰ ਮਾਰ ਕੇ ਹੀ ਵਾਪਸ ਆਵੇਗਾ। ਸੋ ਉਸ ਦੀ ਇੱਛਾ ਸ਼ਕਤੀ ਨੇ ਜਿਹੜਾ ਸੀਗਾ ਉਸੇ ਟਾਈਮ ਮੇਘਨਾਥ ਦਾ ਵੱਧ ਕਰ ਦਿੱਤਾ ਸੀਗਾ। ਸੋ ਇਸ ਤਰ੍ਹਾਂ ਜਿਹੜੀ ਪਤੀਵਰਤਾ ਔਰਤ ਹੁੰਦੀ ਆ, ਪਤੀਵਰਤਾ ਔਰਤ ਦੇ ਅੰਦਰ ਵੀ ਜਿਹੜੀ ਇੱਛਾ ਸ਼ਕਤੀ ਉਹ ਬੜੀ ਪ੍ਰਬਲ ਹੋ ਜਾਂਦੀ ਹੈ, ਕਿਉਂਕਿ ਜਿਹੜੀ ਪਤੀਵਰਤਾ ਔਰਤ ਹੁੰਦੀ ਹੈ ਵੀ ਹੈ ਨਾ ਬਾਹਰ ਸਰਾਫ ਦੇਣ ਦੀ ਅਧਿਕਾਰੀ ਬਣ ਜਾਂਦੀ ਆ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜਿਨ੍ਹਾਂ ਦੇ ਹਿਰਦੇ ਸ਼ੁੱਧ ਹੈਗੇ ਆ ਉਸ ਸ਼ੁੱਧ ਹਿਰਦਿਆਂ ਦੇ ਵਿੱਚੋਂ ਇੱਛਾ ਸ਼ਕਤੀ ਜਿਹੜੀ ਉਹ ਪ੍ਰਬਲ ਹੁੰਦੀ ਹੈ। ਜਿੰਨਾ ਕਿਸੇ ਦਾ ਹਿਰਦਾ ਸ਼ੁੱਧ ਹੋਏਗਾ ਉਨੀ ਉਹਦੀ ਇੱਛਾ ਸ਼ਕਤੀ ਸ੍ਰੇਸ਼ਟ ਹੋਊਗੀ ਅਤੇ ਜਿੰਨਾ ਅਸ਼ੁੱਧ ਹੋਏਗਾ ਉਨੀ ਉਹਦੀ ਇੱਛਾ ਸ਼ਕਤੀ ਜਿਹੜੀ ਉਹ ਘੱਟ ਹੋਏਗੀ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਇਹ ਆਖਿਆ ਹੈਗਾ ਕਿ ਜਿਵੇਂ ਵਾਹਿਗੁਰੂ ਜੀ ਹੈ ਉਹ ਇੱਕੋ ਹੀ ਇੱਛਾ ਸ਼ਕਤੀ ਦੇ ਨਾਲ ਉਹਨਾਂ ਨੇ ਕਰੋੜਾਂ ਅਰਬਾਂ ਖਰਮਾਂ ਜਿਹੜੇ ਬ੍ਰਹਿਮੰਡ ਬਣਾਤੇ ਆ। ਇਹ ਇੱਛਾ ਸ਼ਕਤੀ ਜਿਹੜੀ ਆ ਉਹਨਾਂ ਨੇ ਇਸ ਇੱਛਾ ਸ਼ਕਤੀ ਦੇ ਨਾਲ ਇੱਕ ਤੋਂ ਅਨੇਕ ਰੂਪ ਧਾਰਨ ਕਰ ਲਿਆ। ਇਹੋ ਇੱਛਾ ਸ਼ਕਤੀ ਜਿਹੜੀ ਆ ਉਸ ਦਾ ਇੱਕ ਕਣਕਾ ਮਾਤਰ ਇਸ ਮਨੁੱਖ ਦੇਹੀ ਦੇ ਵਿੱਚ ਵੀ ਉਸ ਅਕਾਲ ਪੁਰਖ ਪਰਮੇਸ਼ਰ ਨੇ ਪਾਇਆ। ਇਸੇ ਕਰਕੇ ਇਹ ਮਨੁੱਖਾ ਦੇਹੀ ਜਿਹੜੀ ਆ ਇਹ ਸਾਰੀਆਂ ਜੋਨਾਂ ਦੀ ਸ੍ਰੇਸ਼ਟ ਜੋਨੀ ਮੰਨੀ ਗਈ ਆ। ਪਰ ਗੱਲ ਇੰਨਾ ਹੈਗਾ ਕਿ ਜਿਹੜੇ ਮਨੁੱਖ ਜਿਹੜੇ ਆ ਨਾਮ ਜਪ ਕੇ ਸੇਵਾ ਸਿਮਰਨ ਕਰਕੇ ਆਪਣੇ ਮਨ ਨੂੰ ਇਕਾਗਰ ਕਰ ਲੈਂਦੇ, ਸ਼ੁੱਧ ਕਰ ਲੈਂਦੇ ਆ, ਕਾਮ ਕਰੋ ਲੋਭ ਮੋਹ ਹੰਕਾਰ ਦੇ ਜਿਹੜੇ ਵੱਡੇ ਵਿਸ਼ੇ ਵਿਕਾਰ ਵਾ ਉਹਨਾਂ ਨੂੰ ਜਿੱਤ ਲੈਂਦੇ ਆ, ਅਤੇ ਫਿਰ ਉਹਨਾਂ ਦੇ ਅੰਦਰ ਇਹ ਜਿਹੜੀ ਇੱਛਾ ਸ਼ਕਤੀ ਹੈਗੀ ਆ ਇਹ ਜ਼ਿਆਦਾ ਪ੍ਰਬਲ ਹੋ ਜਾਂਦੀ ਆ। ਪਰ ਇਹ ਜਿਹੜੀ ਇੱਛਾ ਸ਼ਕਤੀ ਨੂੰ ਸੰਭਾਲਣ ਦਾ ਇੱਕੋ ਇੱਕ ਤਰੀਕਾ ਹੈ, ਉਹ ਹੈ ਨਿਮਰਤਾ ਦਾ ਭਾਂਡਾ। ਜਿਹਦੇ ਅੰਦਰ ਨਿਮਰਤਾ ਦਾ ਭਾਂਡਾ ਹੋਵੇ ਉਸ ਨਿਮਰਤਾ ਦੇ ਭਾਂਡੇ ਵਿੱਚ ਫਿਰ ਇੱਛਾ ਸ਼ਕਤੀ ਦਾ ਟਿਕਾਅ ਹੋ ਜਾਂਦਾ ਹੈਗਾ। ਜਿਵੇਂ ਜਿਹੜਾ ਸ਼ੇਰਨੀ ਦਾ ਦੁੱਧ ਹੈਗਾ ਉਹ ਕੇਵਲ ਅਤੇ ਕੇਵਲ ਸੋਨੇ ਦੇ ਭਾਂਡੇ ਦੇ ਵਿੱਚ ਟਿਕਦਾ, ਬਾਕੀਆਂ ਦੇ ਵਿੱਚ ਉਹ ਸਰਾਖ ਕਰ ਦਿੰਦਾ। ਇਸੇ ਤਰ੍ਹਾਂ ਜਿਹੜੀ ਇੱਛਾ ਸ਼ਕਤੀ ਉਹ ਕੇਵਲ ਅਤੇ ਕੇਵਲ ਮਨੁੱਖ ਦੇ ਨਿਮਰਤਾ ਰੂਪੀ ਭਾਂਡੇ ਦੇ ਵਿੱਚ ਟਿਕਦੀ ਆ। ਵਰਨਾ ਜਿਹੜੀ ਹੈਗੀ ਆ ਇਹ ਇੱਛਾ ਸ਼ਕਤੀ ਉਸ ਦੇ ਵਿੱਚੋਂ ਸਦਾ ਵਾਸਤੇ ਸਮਾਪਤ ਹੋ ਜਾਂਦੀ ਹੈ ਅਗਰ ਉਹ ਭਾਂਡਾ ਸ਼ੁੱਧ ਨਾ ਹੋਵੇ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਹੈ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।